हाँ साथियों, मैं हाँ रਣजीत राणा ਤੁਹਾਡਾ ਸਾਥੀ। ਅੱਜ ਮੈਂ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਹਾਂ ਕੱਲ੍ਹ ਦੇ ਵੀਡੀਓ ਤੋਂ ਕੰਟੀਨਿਊਟੀ ਦੇ ਵਿੱਚ ਅਗਲੀ ਕੜੀ ਲੈ ਕੇ। ਅੱਜ ਅਸੀਂ ਉਸ ਜਗ੍ਹਾ ਤੋਂ ਸ਼ੁਰੂ ਕਰਾਂਗੇ ਜਿੱਥੇ ਅਸੀਂ ਕੱਲ੍ਹ ਗੱਲ ਖਤਮ ਕੀਤੀ ਸੀ। ਪ੍ਰਿਥੀਪਾਲ ਰੰਧਾਵਾ ਦੀ ਸੰਸਕਾਰ ਤੋਂ ਮਗਰੋਂ, ਅੰਤਮ ਸੰਸਕਾਰ ਤੋਂ ਮਗਰੋਂ ਗੱਲ ਖਤਮ ਹੋਈ ਸੀ ਅਤੇ ਉਸ ਤੋਂ ਬਾਅਦ ਵਿੱਚ ਮੈਂ ਸੋਚਦਾ ਸੀ ਕਿ 18-19 ਜੁਲਾਈ ਦੀ ਰਾਤ ਤੋਂ ਮਗਰੋਂ ਕੀ ਕੁਛ ਬਦਲ ਗਿਆ ਸੀ। ਇਸ ਦੀ ਪੂਰੀ ਵਿਆਖਿਆ ਕਰਨੀ ਤਾਂ ਸੰਭਵ ਨਹੀਂ ਹੈ, ਪਰ ਕੁਛ ਮੋਟੀਆਂ ਜਿਹੀਆਂ ਗੱਲਾਂ ਜੋ ਆਪਾਂ ਕਹਿ ਸਕਦੇ ਹਾਂ। ਪਿੱਕੂ ਜੋ ਰੰਧਾਵਾ ਦੀ ਬੇਟੀ ਸੀ 1.25 ਸਾਲ ਦੀ, ਉਸ ਦੀ ਆਉਣ ਵਾਲੀ ਦੁਨੀਆ ਸਦਾ ਲਈ ਬਦਲ ਗਈ ਸੀ, ਜਿਸ ਵਿੱਚ ਉਸ ਦਾ ਬਾਪ ਉਸ ਦੇ ਨਾਲ ਕਦੇ ਨਹੀਂ ਸੀ ਹੋਣਾ। ਕੁਲਦੀਪ ਦਾ ਸਾਰੀ ਭਵਿੱਖ ਦੀ ਜ਼ਿੰਦਗੀ ਬਦਲ ਗਈ ਸੀ, ਜਿਸ ਵਿੱਚ ਉਸ ਨੂੰ ਪ੍ਰਿਥੀਪਾਲ ਰੰਧਾਵਾ ਦਾ ਸਾਥ ਨਹੀਂ ਸੀ ਹੋਣਾ। ਇਸੇ ਤਰ੍ਹਾਂ ਮਾਂ ਪਿਓ ਦਾ ਆਉਣ ਵਾਲੀ ਜ਼ਿੰਦਗੀ ਬਿਲਕੁਲ ਉਜਾੜ ਹੋ ਗਈ ਸੀ, ਜਿਸ ਵਿੱਚ ਪ੍ਰਿਥੀਪਾਲ ਰੰਧਾਵਾ ਨਹੀਂ ਸੀ ਹੋਣਾ। ਭਰਾਵਾਂ ਦੀ ਅੱਧੀ ਜ਼ਿੰਦਗੀ, ਭੈਣਾਂ ਦੀ ਅੱਧੀ ਜ਼ਿੰਦਗੀ ਖਾਲੀ ਹੋ ਗਈ ਸੀ, ਜਿਸ ਵਿੱਚ ਪ੍ਰਿਥੀਪਾਲ ਰੰਧਾਵਾ ਨਹੀਂ ਸੀ ਹੋਣਾ। ਸੋ ਇਸੇ ਤਰ੍ਹਾਂ ਖੱਬੀਆਂ ਲਹਿਰਾਂ ਦਾ ਨੁਕਸਾਨ ਗਹਿਰਾਈ 'ਚ ਨਾਪਣਾ ਤਾਂ ਇਸ ਵੇਲੇ ਕਾਫੀ ਮੁਸ਼ਕਿਲ ਹੈ, ਔਰ ਉਹਦੇ ਬਾਰੇ ਸਟੇਟਮੈਂਟ ਦੇਣੀ ਵੀ ਕੁਛ ਅਤਕਥਨੀ ਹੋਏਗੀ ਜਿੰਨਾ ਚਿਰ ਅਸੀਂ ਪ੍ਰਿਥੀਪਾਲ ਦੀ ਜੀਵਨੀ, ਉਸ ਦੀ ਸ਼ਖਸੀਅਤ ਅਤੇ ਉਸ ਦੀ ਗਹਿਰਾਈ ਨੂੰ ਨਹੀਂ ਜਾਣ ਸਕਦੇ, ਤਾਂ ਉਹਨਾਂ ਚਿਰ ਅਸੀਂ ਕੋਈ ਸਟੇਟਮੈਂਟ ਵੀ ਨਹੀਂ ਦੇ ਸਕਦੇ। ਸੋ ਆਪਾਂ ਕੋਸ਼ਿਸ਼ ਕਰਾਂਗੇ ਕਿ ਇਸ ਚੀਜ਼ ਦਾ ਮੁਤਾਲਿਆ ਆਪਾਂ ਪ੍ਰਿਥੀਪਾਲ ਨੂੰ ਕਾਫੀ ਡਿਟੇਲ ਵਿੱਚ ਜਾਣਨ ਤੋਂ ਮਗਰੋਂ ਕਰਾਂਗੇ ਅਤੇ ਇਹ ਅੰਦਾਜ਼ਾ ਲਾਵਾਂਗੇ ਕਿ ਖੱਬੀਆਂ ਲਹਿਰਾਂ ਨੇ ਪ੍ਰਿਥੀ ਦੇ ਜਾਣ ਨਾਲ ਕਿਹੋ ਜਿਹਾ ਲੋਕ ਲਹਿਰ ਦੇ ਆਗੂ ਦੇ ਖੋਹਣ ਨਾਲ ਉਹਨਾਂ ਦਾ ਨੁਕਸਾਨ ਹੋਇਆ। ਸੋ ਇਹ ਤਾਂ ਕੁਛ ਮੋਟੀਆਂ ਗੱਲਾਂ ਸੀ। ਤਾਂ ਆਪਾਂ ਵਾਪਸ ਉੱਥੇ ਫੇਰ ਆਉਂਦੇ ਹਾਂ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ। ਆਪਾਂ ਇੱਕ ਪੁਲਿਸ ਦੀ ਕੜੀ ਦਾ ਅੱਜ ਆਪਾਂ ਜ਼ਿਕਰ ਕਰਦੇ ਹਾਂ, ਜਿੱਥੋਂ ਅਸੀਂ ਪਿਛਲੀ ਵਾਰੀ ਉਸ ਨੂੰ ਛੱਡਿਆ ਸੀ ਕਿ ਅਸੀਂ ਪੁਲਿਸ ਨੂੰ 3-4 ਨਾਮ ਦਿੱਤੇ ਸੀ, ਜਿਸ ਵਿੱਚ ਬੇਅੰਤ, ਜੱਗੀ, ਬਲਜਿੰਦਰ ਕਰੈਕ ਅਤੇ ਛੋਟਾ ਨਾਰੰਗਵਾਲ, ਇਹ 4 ਦੇ ਨਾਮ ਅਸੀਂ ਦਿੱਤੇ ਸੀ। ਤਾਂ ਉਸ ਤੋਂ ਮਗਰੋਂ ਪੁਲਿਸ ਨੇ ਉਹਨਾਂ ਨੂੰ ਟਰੇਸ ਕਰਨ ਦੀ ਕੋਸ਼ਿਸ਼ ਕੀਤੀ। ਤਾਂ ਜੱਗੀ, ਬੇਅੰਤ, ਬਲਜਿੰਦਰ ਕਰੈਕ ਦੂਰ ਦੇ ਪਿੰਡਾਂ ਦੇ ਰਹਿਣ ਵਾਲੇ ਸੀਗੇ। ਬੇਅੰਤ ਦਾ ਪਿੰਡ ਮੁਕਤਸਰ ਦੇ ਵਿੱਚ ਸੀ ਅਤੇ ਜੱਗੀ ਫਾਜ਼ਿਲਕਾ ਏਰੀਆ ਦਾ ਸੀ। ਬਲਜਿੰਦਰ ਕਰੈਕ ਗੁਰਦਾਸਪੁਰ ਏਰੀਏ ਦਾ ਸੀ। ਛੋਟਾ ਨਾਰੰਗਵਾਲ ਲੁਧਿਆਣੇ ਦੇ ਨਾਲ ਦੇ ਪਿੰਡ ਦਾ ਹੀ ਸੀ। ਤਾਂ ਉਹਨਾਂ ਨੇ ਛੋਟਾ ਨਾਰੰਗਵਾਲ ਦੇ ਘਰੇ ਛਾਪਾ ਮਾਰਿਆ, ਤਾਂ ਉਹ ਉਸ ਵੇਲੇ ਤਾਂ ਉਹਨਾਂ ਨੂੰ ਹੱਥ ਨਹੀਂ ਲੱਗਾ, ਲੇਕਿਨ ਉਸ ਤੋਂ ਦੂਸਰੇ ਦਿਨ ਪਿੰਡ ਦੇ ਲੋਕ ਉਸ ਨੂੰ ਪੇਸ਼ ਕਰਵਾ ਗਏ। ਅਤੇ ਉਸ ਤੋਂ ਬਾਅਦ ਵਿੱਚ ਪੁਲਿਸ ਨੂੰ ਪਹਿਲਾਂ ਤਾਂ ਉਸਨੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਬਾਅਦ ਵਿੱਚ ਉਸ ਨੂੰ ਜੋ ਵੀ ਅੰਦਰੋਂ ਕਹਾਣੀ ਸੀ ਉਸ ਨੂੰ ਦੱਸਣੀ ਪਈ, ਜੋ ਪੁਲਿਸ ਦੇ ਤਰੀਕੇ ਹੁੰਦੇ ਆ, ਅਤੇ ਉਸ ਨੂੰ ਇੱਕ ਸਧਾਰਨ ਕ੍ਰਿਮੀਨਲ ਦੇ ਵਾਸਤੇ ਸਹਿਣਾ ਬਹੁਤ ਮੁਸ਼ਕਿਲ ਹੁੰਦਾ ਹੈ। ਸੋ ਅਖੀਰ ਉਹ ਫੁੱਟ ਪਿਆ, ਜਿਸ ਵਿੱਚ ਉਹਨੇ ਦੱਸਿਆ ਕਿ ਇਹ ਉਹਨਾਂ ਦੀ ਕਾਫੀ ਲੰਬੇ ਟਾਈਮ ਦੀ ਪਲਾਨ ਚੱਲਦੀ ਸੀਗੀ ਅਤੇ ਅਸਲੀ ਟਾਰਗੇਟ ਉਹਨਾਂ ਦੇ ਪ੍ਰਿਥੀਪਾਲ ਰੰਧਾਵੇ ਤੋਂ ਪਹਿਲਾਂ ਹੋਰ ਸਨ। ਉਹਦੇ ਵਿੱਚ ਪਹਿਲਾ ਟਾਰਗੇਟ ਉਹਨਾਂ ਦਾ ਜਸਪਾਲ ਜੱਸੀ ਸੀ, ਜਿਸ ਦੇ ਵਿੱਚ ਉਹਨਾਂ ਨੇ 2-3 ਟਰਾਈਆਂ ਪਹਿਲਾਂ ਕਰ ਚੁੱਕੇ ਸੀ, ਜਿਸ ਵਿੱਚ ਉਹਨਾਂ ਨੂੰ ਠੀਕ ਨਹੀਂ ਲੱਗਿਆ। ਇੱਕ ਤਾਂ ਉਹਨਾਂ ਕੋਲ ਵਹੀਕਲ ਹੈ ਜਿਹੜੀ ਅਬਡਕਸ਼ਨ ਵਾਸਤੇ ਇਕੱਲਾ ਮੋਟਰਸਾਈਕਲ ਹੀ ਹੁੰਦਾ ਸੀ। ਦੂਸਰਾ
ਕੋਈ ਸਿਚੁਏਸ਼ਨ ਇਹੋ ਜਿਹੀ ਹੁੰਦੀ ਸੀ ਕਿ ਜਿੱਥੇ ਉਸ ਦੇ ਨਾਲ ਬੰਦੇ ਹੁੰਦੇ ਸੀ ਜਾਂ ਪਬਲਿਕ ਪਲੇਸ ਹੁੰਦੀ ਸੀ ਜਿੱਥੇ ਇਹ ਨਹੀਂ ਈਜ਼ੀਲੀ ਐਗਜ਼ੀਕਿਊਟ ਕੀਤਾ ਜਾ ਸਕਦਾ ਸੀ। ਤੀਸਰੀ ਚੀਜ਼, ਉਹਨਾਂ ਨੇ ਇਹ ਫਿਰ ਫੈਸਲਾ ਕੀਤਾ ਕਿ ਇਹਦੇ ਵਾਸਤੇ ਕਾਰ ਦਾ ਪ੍ਰਬੰਧ ਕੀਤਾ ਜਾਵੇ ਅਤੇ ਕਾਰ ਦੇ ਵਿੱਚ ਚੁੱਕਿਆ ਜਾਵੇ। ਉਸ ਵਿੱਚ ਉਹਨਾਂ ਨੇ ਫਰਦਰ ਟਰੇਸ ਕੀਤੇ ਕਿ ਟੋਟਲ ਇਹਨਾਂ ਚਾਰਾਂ ਤੋਂ ਬਿਨਾਂ 5 ਹੋਰ ਬੰਦੇ ਇਨਵੋਲਵਡ ਸੀਗੇ ਜੋ ਲੁਧਿਆਣੇ ਏਰੀਏ ਦੇ ਨਾਲ ਹੀ ਸੰਬੰਧ ਰੱਖਦੇ ਸੀ, ਇਸ ਜੁੰਡਲੀ ਦੇ ਯਾਰ ਸੀਗੇ, ਜਿਨ੍ਹਾਂ ਵਿੱਚ 2 ਚੰਦਨਪ੍ਰੀਤ ਅਤੇ ਕਮਲਪ੍ਰੀਤ, ਇਹ 2 ਕਿਸੇ ਮੈਜਿਸਟਰੇਟ ਦੇ ਮੁੰਡੇ ਸਨ, ਜੋ ਉਹਨਾਂ ਦੀ ਕੋਠੀ ਵੀ ਲੁਧਿਆਣਾ ਮਾਡਲ ਟਾਊਨ ਦੇ ਏਰੀਏ ਦੇ ਵਿੱਚ ਸੀ। ਅਤੇ ਇੱਕ ਆਦਮੀ ਕੱਦੋਂ ਦਾ ਸੀ ਅਤੇ ਇੱਕ ਦੁਰਾਹੇ ਦਾ ਸੀ, ਅਤੇ ਦੁਰਾਹੇ ਵਾਲੇ ਮੁੰਡੇ ਦੀ ਕਾਰ ਸੀ। ਇੱਕ ਬੰਦਾ ਹੋਰ ਸੀ। ਸੋ ਇਹ ਟੋਟਲ 9 ਬੰਦੇ ਸੀ, 4 ਪਹਿਲਾਂ ਅਤੇ 5 ਇਹ। ਆਉਣ ਵਾਲੇ ਦਿਨਾਂ ਵਿੱਚ ਵੀ ਉਹਨਾਂ ਨੇ ਹੋਰਾਂ ਥਾਵਾਂ 'ਤੇ ਛਾਪੇਮਾਰੀ ਕੀਤੀ ਅਤੇ ਇਹਨਾਂ ਜੋ 4-5 ਬਾਕੀ ਲੁਧਿਆਣੇ ਏਰੀਏ ਦੇ ਸੀ ਉਹਨਾਂ ਨੇ ਅਰੈਸਟ ਕੀਤਾ, ਕਾਰ ਬਰਾਮਦ ਕੀਤੀ ਅਤੇ ਕਾਰ ਦੇ ਵਿੱਚੋਂ ਉਸੇ ਤਰ੍ਹਾਂ ਲਹੂ ਨਾਲ ਲੱਗੀਆਂ ਹੋਈਆਂ, ਲਿਬੜੀਆਂ ਹੋਈਆਂ ਮੈਟਸ ਅਤੇ ਹੋਰ ਸਾਰਾ ਕੁਛ ਉਹ ਬਰਾਮਦ ਹੋਇਆ। ਸਟੋਰੀ ਸਾਰੀ ਖੁੱਲ੍ਹ ਚੁੱਕੀ ਸੀਗੀ ਅਤੇ ਉਹਦੇ ਅੱਗੇ ਚੱਲਦਿਆਂ ਇਹ ਗੱਲ ਸਾਬਤ ਹੋਈ ਕਿ ਉਸ ਤੋਂ ਬਾਅਦ ਵਿੱਚ ਜਿਸ ਦਿਨ ਦੀ ਇਹ ਘਟਨਾ ਵਾਪਰੀ ਆ, ਉਸ ਦਿਨ ਉਹ ਪੂਰੀ ਤਿਆਰੀ ਦੇ ਨਾਲ ਆਏ ਹੋਏ ਸੀ ਅਤੇ ਉਸ ਦਿਨ ਵੀ ਉਹਨਾਂ ਦੀ ਪਹਿਲੀ ਕੋਸ਼ਿਸ਼ ਜਿਹੜੀ ਸੀ ਪ੍ਰਿਥੀਪਾਲ ਰੰਧਾਵੇ ਨੂੰ ਚੁੱਕਣ ਦੀ ਨਹੀਂ ਸੀ, ਉਹਦੇ ਵਿੱਚ ਵੀ ਜਸਪਾਲ ਜੱਸੀ ਨੂੰ ਚੁੱਕਣ ਦੀ ਸੀ। ਉਹਦੇ ਕੁਛ ਕਾਰਨ ਸਨ ਜਿਸ ਨੂੰ ਉਹ ਇਹ ਸਮਝਦੇ ਸੀ ਕਿ ਇੱਕ ਤਾਂ ਇਸ ਦੇ ਚੁੱਕਣ ਨਾਲ ਬਹੁਤ ਵੱਡਾ ਹੰਗਾਮਾ ਹੋ ਅਤੇ ਬਹੁਤ ਵੱਡਾ ਉਸ ਦਾ ਰਿਟੈਲੀਏਸ਼ਨ ਹੋਊਗੀ। ਦੂਸਰੀ ਚੀਜ਼, ਉਸ ਨੂੰ ਚੁੱਕਣਾ ਵੀ ਔਖਾ ਹੋਏਗਾ ਅਤੇ ਇਹਨਾਂ 2-3 ਕਾਰਨਾਂ ਕਰਕੇ ਉਹਨਾਂ ਦੀ ਫਸਟ ਪ੍ਰਾਇਓਰਟੀ ਜਸਪਾਲ ਜੱਸੀ ਸੀ। ਲੇਕਿਨ ਹੋਇਆ ਉਸ ਦਿਨ ਇਹ ਕਿ ਉਹ ਸਾਰਾ ਦਿਨ ਉਸ ਦੀ ਤਾਕ ਵਿੱਚ ਫਿਰਦੇ ਰਹੇ, ਜਿਹਦੇ ਵਿੱਚ ਹੋਰ ਵੀ ਕੁਛ ਗੱਲਾਂ ਸਾਹਮਣੇ ਆਈਆਂ ਕਿ ਉਹ ਬੰਦੇ ਅਕਸਰ ਦੁਪਹਿਰ ਤੋਂ ਨੋਟ ਕੀਤੇ ਗਏ ਉੱਥੇ ਯੂਨੀਵਰਸਿਟੀ 'ਚ ਘੁੰਮਦੇ, ਕਾਰ ਦੇ ਵਿੱਚ ਫਿਰਦੇ, ਮਾਰਕੀਟ ਦੇ ਵਿੱਚ ਬੈਠੇ। ਲੇਕਿਨ ਕਿਸੇ ਨੇ ਗੌਰ ਹੀ ਨਹੀਂ ਕੀਤੀ ਕਿ ਕੋਈ ਇਹੋ ਜਿਹੀ ਗੱਲ ਵਾਪਰ ਸਕਦੀ ਆ ਅਤੇ ਇਹ ਸ਼ਾਇਦ ਯੂਨੀਅਨ ਦੇ ਪਾਰਟ 'ਤੇ ਵੀ ਇੱਕ ਅਵੇਸਲਾਪਣ ਜੋ ਉਹਨਾਂ ਨੂੰ ਬਹੁਤ ਮਹਿੰਗਾ ਪਿਆ। ਉਸ ਤੋਂ ਬਾਅਦ ਵਿੱਚ ਉਹਨਾਂ ਦੇ ਇਸ ਦਿਨ ਵੀ ਜਸਪਾਲ 1-2 ਵਾਰੀ ਟਾਰਗੇਟ 'ਤੇ ਆਇਆ, ਲੇਕਿਨ ਉਹਦੇ ਵਿੱਚ ਫਿਰ ਉਹ ਮਿਸ ਹੋ ਗਿਆ। ਇਹ ਸਾਰੀ ਸਟੋਰੀ ਅਨਫੋਲਡ ਹੋਈ ਹੈ ਜਦੋਂ ਛੋਟੇ ਨੇ ਇਹ ਸਾਰੀ ਕਹਾਣੀ ਦੱਸੀ ਅਤੇ ਉਸ ਤੋਂ ਬਾਅਦ ਵਿੱਚ ਉਹਨਾਂ ਨੂੰ ਸੜਕ 'ਤੇ ਤੁਰਦਿਆਂ ਫਿਰਦਿਆਂ ਨੂੰ ਸਤਵੰਤ ਨਜ਼ਰੀ ਪਿਆ ਅਤੇ ਸਤਵੰਤ ਦੇ ਪਿੱਛੇ ਲੱਗੇ ਉਹ, ਜਿਸ ਵਿੱਚ ਸਤਵੰਤ ਅਤੇ ਨਾਲ 2 ਹੋਰ ਸੜਕ 'ਤੇ ਜਾ ਰਹੇ ਸੀ GT ਰੋਡ 'ਤੇ ਉੱਚੇ ਪੁਲ ਵੱਲ ਨੂੰ। ਸ਼ਾਮ ਦਾ ਵੇਲਾ ਸੀ। ਉਹਨਾਂ ਨੇ ਇਹ ਸਮਝਿਆ ਕਿ ਇਹ ਫਿਲਮ ਦੇਖਣ ਜਾ ਰਹੇ ਹਨ। ਉੱਚਾ ਪੁਲ ਚੜ੍ਹਨ ਵੇਲੇ ਉਹਨਾਂ ਦੀ ਕਾਰ ਥੋੜ੍ਹੀ ਜਿਹੀ ਭੀੜ ਵਿੱਚ ਪਿੱਛੇ ਫਸ ਗਈ ਅਤੇ ਇਹ ਅੱਗੇ ਨਿਕਲ ਗਏ। ਉਸ ਤੋਂ ਬਾਅਦ ਵਿੱਚ ਉਹ ਨੇੜੇ ਤੇੜੇ ਦੇ ਸਿਨੇਮੇ ਜੋ ਰੇਖੀ, ਲਕਸ਼ਮੀ, ਉਹਨਾਂ ਦੇ ਵਿੱਚ ਦੇਖ ਕੇ ਆਏ ਵੀ ਉਹ ਇੱਥੇ ਫਿਲਮ ਦੇਖਣ ਨਾ ਆਏ ਹੋਣ। ਲੇਕਿਨ ਸਤਵੰਤ ਹੁਣੀ ਜੇਲ੍ਹ ਰੋਡ 'ਤੇ ਆਪਣੇ ਇੱਕ ਰਿਸ਼ਤੇਦਾਰੀ, ਆਪਣੇ ਮਿੱਤਰ ਦੀ ਭੈਣ ਦੇ ਘਰੇ ਉਹ ਚਲੇ ਗਏ। ਸੋ ਉਹ ਵੀ ਉਹਨਾਂ ਤੋਂ ਅਨਸਕਸੈਸਫੁਲ ਇਸ ਵਿੱਚ ਉਹ ਹੋ ਗਏ। ਤੀਸਰਾ ਟਾਰਗੇਟ
ਉਹਨਾਂ ਦਾ ਅਲਟੀਮੇਟਲੀ ਪ੍ਰਿਥੀਪਾਲ ਰੰਧਾਵੇ 'ਤੇ ਆਇਆ ਅਤੇ ਪ੍ਰਿਥੀਪਾਲ ਰੰਧਾਵਾ ਉਸ ਦਿਨ ਚੰਡੀਗੜ੍ਹ ਤੋਂ ਵਾਪਸ ਆਇਆ ਸੀ। ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ SN ਸੇਵਕ ਹੁਣੀ ਅਤੇ ਹੋਰਾਂ ਨੂੰ ਮਿਲ ਕੇ ਉਹ ਵਾਪਸ ਲੁਧਿਆਣੇ ਆ ਕੇ ਸ਼ਾਮ ਨੂੰ ਲੁਧਿਆਣੇ ਅੱਡੇ ਦੇ ਨਾਲ ਜਵਾਹਰ ਨਗਰ ਕੈਂਪ ਹੈ, ਜਿਸ ਵਿੱਚ ਪ੍ਰਿਥੀ ਦਾ ਆਪਣਾ ਘਰ ਵੀ ਸੀ ਅਤੇ ਉਸ ਦੇ ਕੋਲ ਹੀ ਸਹੁਰਿਆਂ ਦਾ ਘਰ ਸੀ, ਜਿਨ੍ਹਾਂ ਦੀ ਕਲੀਨਿਕ ਸੀ। ਉਸ ਜਗ੍ਹਾ 'ਤੇ ਅਕਸਰ ਹੀ ਉਹਨਾਂ ਦਾ ਇਕੱਠਾ ਬੈਠਣਾ ਆਉਣਾ ਜਾਣਾ ਘਰ 'ਚ ਸੀਗਾ, ਕਿਉਂਕਿ ਘਰ ਬਿਲਕੁਲ ਕੋਲ ਸੀ। ਜਦੋਂ ਕੋਈ ਘਰ ਨਾ ਹੁੰਦਾ ਤਾਂ ਦੂਸਰੇ ਦੇ ਘਰ ਚਲੇ ਜਾਂਦੇ। ਅਤੇ ਪ੍ਰਿਥੀ ਵੀ ਉਸ ਦਿਨ ਪਹਿਲਾਂ ਸਹੁਰਿਆਂ ਦੇ ਘਰ ਗਿਆ। ਹਾਂ, ਇੱਥੇ ਮੈਂ ਇੱਕ ਗੱਲ ਹੋਰ ਪਹਿਲਾਂ ਦੱਸਣੀ ਮੈਂ ਮਿਸ ਕਰ ਗਿਆ ਕਿ ਇਸ ਸਾਰੀ ਤਿਆਰੀ ਦੇ ਵਿੱਚ ਛੋਟਾ ਨਾਰੰਗਵਾਲ ਨੂੰ ਲੱਗਿਆ ਕਿ ਅੱਜ ਇਹ ਮਾਰ ਦੇਣਗੇ ਅਤੇ ਉਹ ਡਰ ਕੇ ਭੱਜ ਗਿਆ ਉਹਨਾਂ ਤੋਂ ਅਤੇ ਵਾਪਸ ਨਾਰੰਗਵਾਲ ਚਲਾ ਗਿਆ। ਤਾਂ ਉਸ ਦੀ ਗੈਰ ਹਾਜ਼ਰੀ 'ਚ ਇਹਨਾਂ ਨੇ ਫਿਰ ਇਹ ਕਰਦੇ ਰਹੇ। ਤਾਂ ਪ੍ਰਿਥੀ ਸ਼ਾਮ ਨੂੰ ਆ ਕੇ ਆਪਣੇ ਸਹੁਰਿਆਂ ਦੀ ਕਲੀਨਿਕ ਦੇ ਵਿੱਚ ਬੈਠਾ ਸੀ। ਜਿਸ ਤਰ੍ਹਾਂ ਵੀ ਇੱਕ ਡਾਕਟਰ ਹੈ, ਡਾਕਟਰ ਦੇ ਸਾਹਮਣੇ ਆਪੋਜ਼ਿਟ ਸਾਈਡ 'ਤੇ ਪੇਸ਼ੈਂਟ ਆ ਕੇ ਬੈਠਦਾ, ਸਾਈਡ 'ਤੇ ਟੇਬਲ ਹੁੰਦਾ ਹੈ, ਸਾਈਡ 'ਤੇ ਬੈਂਚ ਹੁੰਦਾ ਹੈ, ਬੈਂਚ ਦੇ ਉੱਪਰ 1 2 3 ਪੇਸ਼ੈਂਟ ਵੀ ਬੈਠਦੇ ਆ। ਅਤੇ ਡਾਕਟਰ ਦੀ ਕੁਰਸੀ 'ਤੇ ਪ੍ਰਿਥੀਪਾਲ ਸਿੰਘ ਦਾ ਸਾਲਾ ਸੁਰਜੀਤ ਸਿੰਘ ਬੈਠਾ ਸੀ। ਉਹ ਵੀ ਡਾਕਟਰੀ ਪ੍ਰੈਕਟਿਸ ਕਰਦਾ ਸੀਗਾ। ਪ੍ਰਿਥੀ ਦਾ ਸਹੁਰਾ ਵੀ ਡਾਕਟਰੀ RMP ਦੀ ਪ੍ਰੈਕਟਿਸ ਕਰਦਾ ਸੀ। ਤਾਂ ਸਾਹਮਣੇ ਸੁਰਜੀਤ ਸਿੰਘ ਡਾਕਟਰ ਦੀ ਪੋਜੀਸ਼ਨ ਕੁਰਸੀ 'ਤੇ, ਉਸ ਦੇ ਆਪੋਜ਼ਿਟ ਪ੍ਰਿਥੀਪਾਲ ਰੰਧਾਵਾ। ਤਾਂ ਇੱਕ ਉਹਨਾਂ ਦੇ ਵਿੱਚੋਂ ਪੇਸ਼ੈਂਟ ਬਣ ਕੇ ਦੁਕਾਨ ਦੇ ਵਿੱਚ ਆਇਆ ਅਤੇ ਦੁਕਾਨ ਦੇ ਵਿੱਚ ਆ ਕੇ ਪੇਸ਼ੈਂਟ ਬਣ ਕੇ ਉਸ ਨੂੰ ਜਦੋਂ ਪੁੱਛਣ ਲੱਗੇ ਅਤੇ ਉਹਨੇ ਉਸ ਦੀਆਂ ਕੁਛ ਬਿਹੇਵੀਅਰ ਵੱਖਰਾ ਜਿਹਾ ਸੀ। ਤਾਂ ਪ੍ਰਿਥੀ ਨੇ ਉਸ ਨੂੰ ਪੁੱਛਿਆ ਕਿ ਤੂੰ ਦੇਖਦਾ ਕਿਵੇਂ ਆ। ਇੰਨੇ ਚਿਰ ਨੂੰ ਪਿੱਛੇ ਕਾਰ ਆ ਕੇ ਰੁਕੀ ਅਤੇ ਉਹਨਾਂ ਨੇ ਵਿੱਚੋਂ ਬੰਦੇ ਨਿਕਲੇ ਅਤੇ ਪ੍ਰਿਥੀ ਨੂੰ ਕੁਰਸੀ ਦੇ ਪਿੱਛੇ ਖਿੱਚ ਲਿਆ ਅਤੇ ਜੋ ਪਹਿਲਾਂ ਪੇਸ਼ੈਂਟ ਬਣ ਕੇ ਆਇਆ ਸੀ ਉਸ ਨੇ ਲੱਤਾਂ ਤੋਂ ਚੱਕ ਲਿਆ। 4-5 ਬੰਦਿਆਂ ਨੇ ਕੁਛ ਪਲਾਂ ਦੇ ਵਿੱਚ ਹੀ ਉਸ ਨੂੰ ਕਾਰ ਵਿੱਚ ਸਿੱਟ ਲਿਆ। ਜਦੋਂ ਤੱਕ ਕਿਸੇ ਨੂੰ ਸਮਝ ਆਉਂਦੀ ਕਿ ਕੀ ਵਾਪਰ ਰਿਹਾ, ਉਦੋਂ ਤੱਕ ਉਹ ਕਾਰ ਵਿੱਚ ਸੁੱਟ ਚੁੱਕੇ ਸੀ। ਪ੍ਰਿਥੀ ਨੇ ਪੂਰੀ ਉਸ ਦੀ ਸਟਰਗਲ ਕੀਤੀ ਅਤੇ ਸੁਰਜੀਤ ਨੇ ਵੀ ਕੋਸ਼ਿਸ਼ ਕੀਤੀ ਉਸ 'ਚ ਇੰਟਰਫੇਅਰ ਕਰਨ ਦੀ, ਕੁਲਦੀਪ ਨੇ ਵੀ। ਅਤੇ ਲੇਕਿਨ ਉਹ ਕੁਛ ਤਕੜੇ ਸੀ, ਕੁਛ ਪਲਾਂਟ ਤਰੀਕੇ ਨਾਲ ਸੀ, ਕੁਛ ਇਹਨਾਂ ਦੀ ਹਫੜਾ ਦਫੜੀ ਵਿੱਚ ਉਹ ਨਾਕਾਮਯਾਬ ਹੋਏ, ਉੱਥੋਂ ਚੱਲ ਪਏ। ਤਾਂ ਅੱਗੇ ਤਕਰੀਬਨ 50 ਕੁ ਗਜ ਅੱਗੇ ਜਾਣ ਦੇ ਨਾਲ ਪ੍ਰਿਥੀ ਫਿਰ ਸਟਰਗਲ ਕਰਦਾ ਹੋਇਆ ਕਾਰ ਦੇ ਵਿੱਚੋਂ ਛੁੱਟ ਕੇ ਇੱਕ ਵਾਰੀ ਬਾਹਰ ਡਿੱਗਿਆ। ਲੇਕਿਨ ਉਹਨਾਂ ਨੇ ਫਿਰ ਦੁਬਾਰਾ ਚੱਕ ਕੇ ਉਸ ਨੂੰ ਕਾਰ ਦੇ ਵਿੱਚ ਖਿੱਚ ਕੇ ਪਾ ਲਿਆ ਅਤੇ ਕਾਰ ਚੱਲ ਪਈ ਅਤੇ ਕਾਰ ਦੇ ਨਾਲ 1-2 ਆਦਮੀ ਸਕੂਟਰ ਦੇ ਉੱਪਰ ਚੱਲ ਪਏ। ਉਸ ਤੋਂ ਮਗਰੋਂ ਉਹ ਵੱਖ-ਵੱਖ ਹੋ ਗਏ। ਕਾਰ ਪੱਖੋਵਾਲ ਰੋਡ ਵੱਲ ਨੂੰ ਨਿਕਲ ਗਈ ਅਤੇ ਜਿਹੜਾ ਸਕੂਟਰ ਦੇ ਉੱਪਰ 2 ਸੀ ਉਹ ਦੁਗਰੀ ਰੋਡ ਵੱਲ ਨੂੰ ਨਿਕਲ ਗਏ। ਅਤੇ ਦੁਗਰੀ ਕੋਲ ਪਹੁੰਚ ਕੇ ਜੋ ਸਾਨੂੰ ਪੁਲਿਸ ਨੇ ਰਿਪੋਰਟ ਦਿੱਤੀ ਕਿ ਬੇਅੰਤ ਅਤੇ ਇੱਕ ਹੋਰ ਉਸ ਦੇ ਨਾਲ ਸਕੂਟਰ 'ਤੇ ਸੀ ਅਤੇ ਉਹ ਮਾਣਾ ਜੋ ਇਸ ਵੇਲੇ ਮਾਨ ਸਿੰਘ ਅਰਚਾ ਲੁਧਿਆਣੇ ਦੇ ਸਿਰਕੱਢ ਅਕਾਲੀ ਲੀਡਰ ਹੈ, ਜਗਦੀਸ਼ ਗਰਚੀ ਦਾ ਭਰਾ, ਜੋ ਲੁਧਿਆਣੇ ਦੀ ਸਲਤਨਤ 'ਤੇ ਕਾਬੂ ਹੈ ਜਿਨ੍ਹਾਂ ਦਾ, ਔਰ ਮੇਰਾ ਖਿਆਲ ਹੈ ਵੀ ਲੁਧਿਆਣੇ ਦੀ ਸਲਤਨਤ ਚਲਾਉਂਦੇ ਆ, ਕਿਉਂਕਿ ਉਹਨਾਂ ਦੀ ਸਿਆਸੀ ਪ੍ਰੋਕਸੀਮਿਟੀ ਬਾਦਲਾਂ ਦੇ ਨਾਲ ਅਤੇ ਬਾਕੀ ਉਹਨਾਂ ਦਾ ਆਪਣਾ ਦਬਦਬਾ ਲੁਧਿਆਣੇ ਏਰੀਏ ਦੇ ਵਿੱਚ ਕਾਫੀ ਜ਼ਿਆਦਾ।
ਸੋ ਇਹ ਉਦੋਂ ਤੋਂ ਹੀ ਕੜੀ ਚੱਲਦੀ ਆ ਰਹੀ ਸੀਗੀ। ਅਤੇ ਦੁੱਗਰੀ ਦੇ ਵਿੱਚ ਸਕੂਟਰ ਦੇ ਉੱਪਰ ਬੇਅੰਤ ਅਤੇ ਮਾਨ ਸਿੰਘ ਅਰਚਾ ਉਹ ਮਿਲੇ ਆ, ਜਿੱਥੇ ਉਹ ਬੇਅੰਤ ਨੇ ਕਿਹਾ ਵੀ ਅਸੀਂ ਪਿਰਥੀ ਚੱਕ ਲਿਆ ਅਤੇ ਵੀ ਮੈਨੂੰ ਡਰ ਹੈ ਵੀ ਅਸੀਂ ਉਹਨਾਂ ਤੋਂ ਅਲੱਗ ਹੋ ਗਏ ਹਾਂ ਅਤੇ ਸਾਡੇ ਜਾਣ ਤੋਂ ਪਹਿਲਾਂ ਬਲਜਿੰਦਰ ਕਰੈਕ ਉਸ ਨੂੰ ਮਾਰ ਨਾ ਦੇਵੇ। ਉਸ ਤੋਂ ਇਸ ਤਰ੍ਹਾਂ ਲੱਗਦਾ ਸੀ ਵੀ ਉਹਨਾਂ ਦੀ ਜਿਹੜੀ ਪਲਾਨ ਸੀ ਉਹ ਮਾਰਨ ਦੀ ਨਹੀਂ ਸੀ, ਲੇਕਿਨ ਜ਼ਿੰਦਗੀ ਭਰ ਲਈ ਆਰੀ ਕਰਨ ਦੀ ਸੀ। ਤਾਂ ਉਸ ਤੋਂ ਅੱਗੇ ਜਾ ਕੇ ਉਹ ਜਿਹੜੀ ਕਾਰ ਸੀ, ਕਾਰ ਇੱਧਰ ਪੱਖੋਵਾਲ 'ਤੇ ਰੋਡ ਹੁੰਦੀ ਹੋਈ ਜੋਧਾਂ ਤੋਂ ਲੈ ਕੇ ਨਾਰੰਗਵਾਲ ਵਾਲੀ ਸੜਕ ਦੇ ਉੱਪਰ ਨਹਿਰ ਦੇ ਉੱਪਰ ਜਾ ਕੇ ਉਹਨਾਂ ਨੇ ਇੱਕ ਸਾਈਡ 'ਤੇ ਜਾ ਕੇ ਪਿਰਥੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਅਤੇ ਉਸ ਤੋਂ ਬਾਅਦ ਵਿੱਚ ਕੁਛ ਦੇਰ ਬਾਅਦ ਉੱਥੇ ਪਿਰਥੀਪਾਲ ਪਹੁੰਚਿਆ, ਬੇਅੰਤ ਪਹੁੰਚਿਆ ਅਤੇ ਬੇਅੰਤ ਨੇ ਵੀ ਜਾ ਕੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਅਤੇ ਜੋ ਕੁੱਟਣ ਦੀ ਇੰਤਹਾ ਹੋ ਸਕਦੀ ਸੀ ਉਹ ਪਹਿਲਾਂ ਵੀ ਮੈਂ ਦੱਸ ਚੁੱਕਾ। ਆਪਣੀ ਤਸੱਲੀ ਤੋਂ ਮਗਰੋਂ ਉਹਨਾਂ ਨੇ ਪਿਰਥੀਪਾਲ ਨੂੰ ਕਾਰ ਦੀ ਡਿੱਗੀ ਦੇ ਵਿੱਚ ਸੁੱਟਿਆ ਅਤੇ ਛੋਟੇ ਨੂੰ ਨਾਰੰਗਵਾਲ ਤੋਂ ਲੈਣ ਚਲੇ ਗਏ ਔਰ ਉਸ ਨੂੰ ਘਰੇ ਜਾ ਕੇ ਗਾਲਾਂ ਕੱਢਦੇ ਰਹੇ ਕਿ ਤੂੰ ਡਰਪੋਕ ਹੈ, ਤੂੰ ਡਰ ਕੇ ਭੱਜਿਆ ਆ, ਹੋਰ ਜੋ ਗੰਦੀਆਂ ਗਾਲਾਂ। ਅਤੇ ਉਸ ਦੇ ਕੁਛ ਚਸ਼ਮਦੀਦ ਗਵਾਹ ਹੋਰ ਵੀ ਸਾਨੂੰ ਮਿਲੇ ਜੋ ਐਕਸੀਡੈਂਟਲੀ ਇਹ ਸਭ ਕੁਛ ਦੇਖਦੇ ਸੀ, ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਕਾਰ ਦੇ ਵਿੱਚ ਕੌਣ ਹੈ, ਜੋ ਕਿ ਯੂਨੀਅਨ ਦੇ ਵੀ ਨੇੜਲੇ ਮਿੱਤਰ ਸਨ। ਪਰ ਇਹ ਘਟਨਾ ਇੰਨਾ ਕਲੋਜ਼ ਕਾਲ ਦੇ ਵਿੱਚੋਂ ਫਿਰ ਉਹ ਨਿਕਲ ਗਈ। ਅਤੇ ਉਸ ਤੋਂ ਮਗਰੋਂ ਪੁਲਿਸ ਨੇ ਇਹ ਦੱਸਿਆ ਕਿ ਉਦੋਂ ਤੱਕ ਪਿਰਥੀਪਾਲ ਰੰਧਾਵਾ ਦੀ ਮੌਤ ਨਹੀਂ ਸੀ ਹੋਈ ਅਤੇ ਨਾ ਹੀ ਉਹਨਾਂ ਦਾ ਉਸ ਨੂੰ ਮਾਰਨ ਦਾ ਇਰਾਦਾ ਸੀ। ਤਾਂ ਉਹ ਆਉਂਦੇ ਹੋਏ ਉਹਨਾਂ ਦੀ ਕੋਸ਼ਿਸ਼ ਇਹ ਸੀ ਵੀ PAU ਦੇ ਕੋਲੇ ਇਸ ਨੂੰ ਸਿੱਟਿਆ ਜਾਵੇ ਅਤੇ ਫਿਰ ਇਸ ਨੂੰ ਚੱਕ ਕੇ ਲੈ ਜਾਣ। ਤਾਂ ਇਸ ਤਰ੍ਹਾਂ ਉਹ ਲੜ ਤੋਂ ਰਾਹੀਂ ਝਾਂਡੇ ਲੰਘ ਕੇ ਅਤੇ GT ਰੋਡ ਤੋਂ ਥੋੜ੍ਹਾ ਜਿਹਾ ਪਿੱਛੇ, ਰੇਲਵੇ ਲਾਈਨ ਤੋਂ ਥੋੜ੍ਹਾ ਜਿਹਾ ਪਿੱਛੇ ਉਸ ਦੀ ਲਾਸ਼ ਨੂੰ ਸਿੱਟ ਕੇ ਉਸ ਨੂੰ ਪਿਰਥੀਪਾਲ ਨੂੰ ਸਿੱਟ ਕੇ ਰਾਤ ਉਦੋਂ ਤਾਈਂ ਉਹ ਜਿੰਦਾ ਸੀ ਪੁਲਿਸ ਦੀ ਕਹਾਣੀ ਦੇ ਮੁਤਾਬਕ। ਤਾਂ ਉਹ ਉੱਥੋਂ ਕਾਰ ਵਾਪਸ ਚਲੀ ਗਈ ਅਤੇ ਫਿਰ ਉਹ ਆਪਣੇ ਟਿਕਾਣਿਆਂ 'ਤੇ ਪਹੁੰਚ ਗਏ ਅਤੇ ਪਿਰਥੀਪਾਲ ਦੀ ਮੌਤ ਉਹਨਾਂ ਦੇ ਅਨੁਸਾਰ ਉਸ ਸੜਕ ਦੇ ਉੱਪਰ ਹੋਈ ਹੈ। ਅਤੇ ਕਾਸ਼ ਕਿਸੇ ਨੂੰ ਬਚਾਉਣ ਦਾ ਮੌਕਾ ਮਿਲ ਜਾਂਦਾ ਤਾਂ ਪਿਰਥੀ ਅੱਜ ਸਾਡੇ ਵਿੱਚ ਹੁੰਦਾ। ਅੱਜ ਦੀ ਗੱਲ ਨੂੰ ਮੈਂ ਇੱਥੇ ਹੀ ਪਾਸ ਕਰਕੇ ਬਾਕੀ ਅਗਲੀ ਕੜੀ ਆਪਾਂ ਕੱਲ੍ਹ ਨੂੰ ਸ਼ੁਰੂ ਕਰਾਂਗੇ। ਇਸ ਦੇ ਨਾਲ ਹੋਰ ਜੋ ਕੁਛ ਆਲੇ ਦੁਆਲੇ ਬੀਤਿਆ ਉਹਦਾ ਵੀ ਆਪਾਂ ਮੁਲਾਂਕਣ ਕਰਾਂਗੇ ਅਤੇ ਨਾਲ ਦੀ ਨਾਲ ਸਾਡੀ ਸਟੋਰੀ ਇਹ ਅੱਗੇ ਚੱਲੇਗੀ। ਅੱਛਾ ਸਾਥੀਓ, ਲਾਲ ਸਲਾਮ। ਕੱਲ੍ਹ ਫਿਰ ਮਿਲਦੇ ਹਾਂ। ਸ਼ੁਕਰੀਆ।